ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਕਿਸਾਨ ਕਟੜਾ ਦਿੱਲੀ ਐਕਸਪ੍ਰੈਸ ਵੇ ਦੇ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜ਼ਮੀਨ ਅਕਵਾਇਰ ਨਾ ਕਰਨ ਦੀ ਗੱਲ ਕਰ ਰਹੇ ਹਨ। ਦਿੱਲੀ ਤੋਂ ਜੰਮੂ ਦੇ ਕਟੜਾ ਤੱਕ ਇੱਕ ਨਵੇਂ ਐਕਸਪ੍ਰੈਸ ਵੇ ਬਣਾਉਣ ਦਾ ਪ੍ਰੋਜੈਕਟ ਕੇਂਦਰ ਸਰਕਾਰ ਦੇ ਵੱਲੋਂ ਬਣਾਇਆ ਗਿਆ ਹੈ ਅਤੇ ਇਸ ਪ੍ਰੋਜੈਕਟ ਦੇ ਅਧੀਨ ਇੱਕ ਨਵਾਂ ਨੈਸ਼ਨਲ ਐਕਸਪ੍ਰੈਸ ਵੇ ਬਣਾਇਆ ਜਾਵੇਗਾ ਜੋ ਕਿ ਦਿੱਲੀ ਤੋਂ ਸ਼ੁਰੂ ਹੋ ਕੇ ਹਰਿਆਣਾ ਅਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਹੁੰਦਾ ਹੋਇਆ ਜੰਮੂ ਵਿੱਚ ਦਾਖਲ ਹੋਵੇਗਾ। ਪੰਜਾਬ ਦੇ ਵਿੱਚ ਇਸ ਹਾਈਵੇ ਦੇ ਲਈ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਕਰੀਬ 180 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੇ ਜਾਣ ਦਾ ਨੋਟੀਫਿਕੇਸ਼ਨ ਭਾਰਤ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਅਤੇ ਜਿਸ ਤੋਂ ਬਾਅਦ ਹੁਣ ਇਸ ਰਸਤੇ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਇਸ ਐਕਸਪ੍ਰੈਸ ਵੇ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਸੰਘਰਸ਼ ਕਮੇਟੀ ਬਣਾਈ ਗਈ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਐਕਸਪ੍ਰੈਸ ਵੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਹਰ ਪ੍ਰੋਜੈਕਟ ਦਾ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਹਨ। ਜਿੰਨੇ ਸਮੇਂ ਤੱਕ ਖੇਤੀ ਕਾਨੂੰਨਾਂ ਦਾ ਫੈਸਲਾ ਨਹੀਂ ਹੋ ਜਾਂਦਾ ਉਨੇ ਸਮੇਂ ਤੱਕ ਇਸ ਪ੍ਰੋਜੈਕਟ ਦੇ ਲਈ ਉਹ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ। ਇਸ ਮੌਕੇ ਉੱਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਪੂਰੇ ਮਾਮਲੇ ਨਾਲ ਸੰਬੰਧਿਤ ਕਿਸਾਨਾਂ ਨੇ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ, ਆਓ ਸੁਣਦੇ ਹਾਂ। ਭਾਜੀ ਜਦੋਂ ਸਾਡੀਆਂ ਰਗਾਂ ਕੁੱਟਦੇ ਆ, ਸਾਡੀਆਂ ਪੈਲੀਆਂ ਖੋਹਣ ਡੇ ਆ ਤਾਂ ਅਸੀਂ ਉਹਨਾਂ ਨੂੰ ਕਿੱਦਾਂ ਨਹੀਂ, ਅਸੀਂ ਕੋਈ ਪੈਲੀ ਨਹੀਂ ਦੇਵਾਂਗੇ, ਉਹਨਾਂ ਦਾ ਕੋਈ ਪ੍ਰੋਜੈਕਟ ਨਹੀਂ ਲਾਗੇ ਸਾਗੇ ਚੱਲਣ ਦਿਆਂਗੇ। ਇਹ ਤਾਂ ਡਾਨੀਆਂ ਬਾਮੀਆਂ ਦਾ ਹੀ ਆ, ਜੋ ਵੀ ਉਹਨਾਂ ਦਾ ਹੀ ਆ, ਸਭ ਕੁਝ ਟਰੱਕ ਟਰੁੱਕ ਉਹਨਾਂ ਦੇ ਚੱਲਣੇ ਆ। ਇੱਥੇ ਆਮ ਪਬਲਿਕ ਨੂੰ ਇਹਦਾ ਕੋਈ ਫਾਇਦਾ ਨਹੀਂ ਜੀ। ਇੰਨਾ ਆਪਣਾ ਵਪਾਰ ਕਰਨਾ ਪਾਕਿਸਤਾਨ ਨੂੰ, ਬਿਲਕੁਲ ਸਾਨੂੰ ਤਾਂ ਇਹਦਾ ਕੋਈ ਫਾਇਦਾ ਨਹੀਂ। ਅਸੀਂ ਪੈਲੀਆਂ ਇਹਨਾਂ ਨੂੰ ਕਿਉਂ ਦਈਏ? 3 ਕਿੱਲੇ ਆਉਂਦੇ ਆ ਤੇ ਕੋਠੀ ਆਉਂਦੀ ਹੈ ਵਿੱਚ, ਤੇ ਜਗ੍ਹਾ 2 ਕਨਾਲ ਕੋਠੀ ਦੀ ਆ, ਇਹ ਵਿੱਚ ਆਉਂਦੀ ਸਾਰੀ ਕੋਠੀ ਦੇ ਉੱਤੇ। 5 ਸਾਲ ਹੋ ਗਏ ਪੈਸੇ ਲਾਉਂਦੇ ਆ ਤੇ ਸਾਰੀ ਕੋਠੀ ਹੁਣ ਵਿੱਚ ਆ ਗਈ ਆ ਤੇ ਹੁਣ ਅਸੀਂ ਕਿੱਧਰ ਜਾਵਾਂਗੇ? ਜ਼ਮੀਨ ਸਾਡੀ ਬੜੀ ਵਧੀਆ ਜ਼ਮੀਨ, ਜਦੋਂ ਜ਼ਮੀਨ ਵਿੱਚ ਆ ਗਈ ਤਾਂ ਅਸੀਂ ਖਾਵਾਂਗੇ ਕਿੱਥੋਂ? ਪੈਸਿਆਂ ਨੂੰ ਅਸੀਂ ਕੀ ਕਰਨਾ? ਅਸੀਂ ਜ਼ਮੀਨ ਦੇ ਕੇ ਨਹੀਂ ਰਾਜੀ। ਮੈਂ ਤਾਂ ਗਿਆ ਨਹੀਂ, ਇਹ ਮੁੰਡਾ ਗਿਆ ਸੀ ਤਾਂ ਉੱਥੇ ਵਿਚਾਰੇ ਹੋਈਆਂ ਵੀ ਅਸੀਂ ਜ਼ਮੀਨ ਨਹੀਂ ਦੇ ਰਹੇ। ਹਾਂਜੀ, ਸਾਡਾ ਜ਼ਮੀਨ ਦੇ ਉੱਤੇ ਤਾਂ ਅਸੀਂ ਹੈਗੇ ਹਾਂ। ਜ਼ਮੀਨ ਅਸੀਂ ਦੇ ਦਿੱਤੀ ਤਾਂ ਫਿਰ ਅਸੀਂ ਖਾਵਾਂਗੇ ਕਿੱਥੋਂ? ਕੀ ਕਰਾਂਗੇ? ਬੱਚੇ ਕਿੱਧਰ ਨੂੰ ਜਾਣਗੇ? ਕੋਈ ਸਾਡਾ ਹੋਰ ਸਾਧਨ ਨਹੀਂ ਕਮਾਈ ਦਾ। ਫੈਸਲਾ ਇਹੋ ਜਿਹਾ, ਜਿੰਨਾ ਚਿਰ ਉਹ ਮੋਰਚਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਤਾਂ ਇੱਥੇ ਕੋਈ ਫੈਸਲਾ ਨਹੀਂ। ਜਦੋਂ ਉੱਥੋਂ ਮੋਰਚਾ ਹੱਲ ਹੋਊਗਾ, ਜਥੇਬੰਦੀਆਂ ਪੰਜਾਬ 'ਚ ਆਉਣਗੀਆਂ ਤਾਂ ਫਿਰ ਇਹਦੇ ਬਾਰੇ ਕੋਈ ਗੱਲ ਹੋਏਗੀ। ਅਜੇ ਤੱਕ ਤਾਂ ਆਏ ਨਹੀਂ, ਜਾਉਣਗੇ ਤਾਂ ਫਿਰ ਉਹਨਾਂ ਨੂੰ ਮਿਹਨਤ ਕਰਾਂਗੇ ਉਹਨਾਂ ਦੀ ਵੀ ਨਾ ਕੁਛ ਵੀ ਨਾ ਕਰੋ। ਜਿੰਨਾ ਚਿਰ ਉੱਥੋਂ ਮਸਲਾ ਨਹੀਂ ਹੱਲ ਹੁੰਦਾ ਉਹਨਾਂ ਚਿਰ ਅਸੀਂ ਕੁਛ ਨਹੀਂ ਇੱਥੇ ਕਰਨ ਦੇਣਾ ਕਿ ਨਾ ਕੋਈ ਆਵੇ ਵੀ। ਹਾਂਜੀ, ਐਕਚੁਅਲੀ ਇਹ ਜਿਹੜੀ ਦਿੱਲੀ ਕਟੜਾ ਐਕਸਪ੍ਰੈਸਵੇ ਜਾ ਰਹੀ ਆ, ਜਿਹੜੀ ਕਿ ਡਿਸਟ੍ਰਿਕਟ ਪਟਿਆਲਾ ਤੋਂ ਨਿਕਲਦੀ ਆ, ਡਿਸਟ੍ਰਿਕਟ ਪਟਿਆਲਾ ਦੇ ਗਲੋਲੀ ਪਿੰਡ ਦੇ ਵਿੱਚੋਂ ਚੱਲ ਕੇ ਤੇ ਅੱਜ ਇਹਦੀ ਫਸਟ ਅਲਾਈਨਮੈਂਟ ਜਿਹੜੀ ਹੈ ਇਹਦੀ ਇਹ ਪਿੰਡ ਔਜਲੇ ਤੱਕ, ਗੁਰਦਾਸਪੁਰ ਦੇ ਪਿੰਡ ਔਜਲੇ ਤੱਕ ਆਈ ਗਈ ਆ। ਉਹਦੇ ਸੰਬੰਧ ਵਿੱਚ ਐਕਚੁਅਲੀ ਸਾਨੂੰ ਨੋਟਿਸ ਜਿਹੜੇ ਆ ਕਿ ਉਹ ਸਰਕਾਰ ਨੇ ਸਰਵ ਕਰ ਦਿੱਤੇ ਹੋਏ ਆ। ਨੋਟਿਸ ਸਰਵ ਕਰਦੇ ਆ, ਲੇਕਿਨ ਜਦੋਂ ਅਸੀਂ ਸਰਕਾਰ ਦੇ ਕੋਲ ਜਾਂਦੇ ਆ, ਮਤਲਬ ਪ੍ਰਸ਼ਾਸਨ ਦੇ ਕੋਲ ਜਾਂਦੇ ਆ, ਪ੍ਰਸ਼ਾਸਨ ਸਾਨੂੰ ਕਿਸੇ ਪਾਸੇ ਵੀ ਨਹੀਂ ਲੱਗਦਾ। ਮਤਲਬ ਉਹ ਆਪਣੀਆਂ ਕਾਰਵਾਈਆਂ, ਕਾਗਜ਼ੀ ਕਾਰਵਾਈਆਂ ਪਾਈ ਜਾਣ ਡਿਆ। ਸਾਡੇ ਖੇਤਾਂ ਦੇ ਵਿੱਚ ਆਪਣੀਆਂ ਉਹ ਕਾਰਵਾਈਆਂ ਜਿਹੜੀਆਂ ਕਿ ਉਹ ਨੈਸ਼ਨਲ ਹਾਈਵੇ ਨੇ ਸ਼ੁਰੂ ਕੀਤੀਆਂ ਨੇ, ਲੇਕਿਨ ਜਦੋਂ ਅਸੀਂ ਉਹਨਾਂ ਨਾਲ ਕੰਪਨਸੇਸ਼ਨ ਦੀ ਗੱਲ ਕਰਦੇ ਹਾਂ ਜਾਂ ਕੋਈ ਹੋਰ ਗੱਲ ਕਰਦੇ ਹਾਂ, ਉਹ ਸਾਨੂੰ ਬਿਲਕੁਲ ਐਂਟਰਟੇਨ ਨਹੀਂ ਕਰਦਾ, ਸਾਨੂੰ ਦੱਸਦਾ ਹੀ ਕੁਛ ਨਹੀਂ ਗਾ। ਇਹਦੇ ਸੰਬੰਧ ਦੇ ਵਿੱਚ ਅਸੀਂ ਫਿਰ, ਕਿਉਂਕਿ ਇੱਥੇ ਨਹੀਂ, ਥਰੂ ਆਊਟ ਸਾਰੇ ਪੰਜਾਬ ਦੇ ਵਿੱਚ ਇਹਨਾਂ ਦਾ ਇਹੋ ਹੀ ਰਵੱਈਆ ਹੈ, ਇਸ ਕਰਕੇ ਅਸੀਂ ਇੱਕ ਕਿਸਾਨ ਸੰਘਰਸ਼ ਕਮੇਟੀ ਦਾ ਜਿਹੜਾ ਕਿ ਗਠਨ ਕੀਤਾ ਹੈ, ਜਿਹੜੀ ਜਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਦੀ ਇਹ ਸੜਕ ਨਿਕਲ ਕੇ ਜਾ ਰਹੀ ਆ। ਇੱਕ ਪੰਜਾਬ ਇਕਾਈ ਅਸੀਂ ਬਣਾਈ ਆ, ਹਰ ਜ਼ਿਲ੍ਹੇ ਦਾ ਇੱਕ ਪ੍ਰਧਾਨ ਬਣਾਇਆ ਹੋਇਆ, ਔਰ ਸਾਡੀ ਇੱਕ ਕਾਮਨ ਆਵਾਜ਼ ਆਈ ਹੋਈ ਹੈ, ਸਾਰਾ ਬਿਲਕੁਲ ਇਕੱਠਾ ਇੱਕ ਫੈਸਲਾ ਲਿਆ ਹੋਇਆ ਕਿ ਜਿੰਨਾ ਚਿਰ ਤੱਕ ਦਿੱਲੀ ਦੇ ਵਿੱਚ ਸਾਡੀਆਂ ਕਿਸਾਨ ਜਥੇਬੰਦੀਆਂ ਜੋ ਬੈਠੀਆਂ ਹੋਈਆਂ ਨੇ, ਉਹ ਮੋਦੀ ਸਰਕਾਰ ਵੱਲੋਂ ਬਣਾਏ ਹੋਏ 3 ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਹਨਾਂ ਚਿਰ ਤੱਕ ਅਸੀਂ ਇਹ ਸੈਂਟਰ ਦਾ ਕੋਈ ਵੀ ਪ੍ਰੋਜੈਕਟ ਆਏਗਾ ਉਹਨੂੰ ਬਿਲਕੁਲ ਅਪੋਜ਼ ਕਰਦੇ ਹਾਂ। ਇਸ ਕਰਕੇ ਇਹ ਵੀ ਇੱਕ ਸੈਂਟਰ ਦਾ ਪ੍ਰੋਜੈਕਟ ਆ, ਔਰ ਦੂਸਰਾ ਤੇ ਸਾਡੇ ਨਾਲ ਇਹ ਧੱਕਾ ਹੀ ਬਹੁਤ ਜ਼ਿਆਦਾ ਕਰ ਰਹੇ ਆ, ਕਿਉਂਕਿ ਸਾਨੂੰ ਦੱਸਦੇ ਹੀ ਕੁਛ ਨਹੀਂ। ਉੱਡਦੀ ਆਵਾਜ਼ ਜੋ ਆਉਂਦੀ ਆ ਉਹਦੇ ਵਿੱਚ ਇਹ ਆਉਂਦਾ, ਸਾਨੂੰ ਇਹ ਆਫ ਦੀ ਰਿਕਾਰਡ ਕਹਿੰਦੇ ਆ ਵੀ ਅਸੀਂ ਤੁਹਾਨੂੰ ਜੋ ਕਲੈਕਟਰ ਰੇਟ ਆ ਤੁਹਾਡਾ, ਅਸੀਂ ਉਹਦਾ 2 ਗੁਣਾ ਲਵਾਂਗੇ, ਜਦੋਂ ਕਿ ਕਲੈਕਟਰ ਰੇਟ ਜਿਹੜਾ ਕਿ ਨਹੀਂ ਉਹ ਸਰਕਾਰ ਦੇ ਬਣਾਏ ਹੋਏ ਆ, ਉਹਦੇ ਕੋਲ ਕਿਸਾਨ ਨੇ ਕੋਈ ਨਹੀਂ ਬਣਾਏ ਹੋਏ। ਇਸ ਕਰਕੇ ਕਲੈਕਟਰ ਰੇਟ ਉਹ ਇਹ ਕਿਸਾਨ ਦੀ ਮਰਜ਼ੀ ਨਾਲ ਨਹੀਂ ਬਣਾਉਂਦੇ, ਸਾਨੂੰ ਨਹੀਂ ਪਤਾ ਇਹਨਾਂ ਦਾ ਕਿਵੇਂ ਬਣਾਉਂਦੇ ਆ। ਅੱਜ ਸਾਡੀ ਬਾਜ਼ਾਰੀ ਕੀਮਤ ਇੱਥੇ 60-70 ਲੱਖ ਸਾਡੀ ਜਿਹੜੀ ਹੈ ਜ਼ਮੀਨ ਦੀ ਬਾਜ਼ਾਰੀ ਕੀਮਤ ਆ।
ਔਰ ਸਾਨੂੰ ਘੱਟੋ ਘੱਟ ਵੀ ਉਹਦਾ ਜਿਹੜਾ ਕਿ ਜਦੋਂ ਬਾਜ਼ਾਰੀ ਕੀਮਤ ਨੂੰ ਮਤਲਬ ਐਕਚੁਅਲੀ ਜੋ ਐਕਟ ਕਹਿੰਦਾ ਉਹਦੇ ਮੁਤਾਬਕ ਬਾਜ਼ਾਰੀ ਕੀਮਤ ਦਾ ਡਬਲ ਸਾਨੂੰ ਮਿਨੀਮਮ ਦੇਣਾ ਹੀ ਦੇਣਾ ਹੈ। ਸਾਡੀ ਜ਼ਮੀਨ ਦੀ ਇੱਥੇ ਕੀਮਤ ਘੱਟੋ ਘੱਟ 1.5-2 ਕਰੋੜ ਰੁਪਇਆ ਮਤਲਬ ਪਰ ਏਕੜ ਜਿਹੜੀ ਹੈ ਉਹ ਬਣਦੀ ਆ, ਜਦੋਂ ਕਿ ਉਹ ਸਾਨੂੰ ਮੇਰੇ 15-16 ਲੱਖ ਦੇ ਵਿੱਚ ਟਰਕਾਉਣ ਦੀ ਕੋਸ਼ਿਸ਼ ਕਰਨ ਰਹੇ ਆ। ਇਸ ਕਰਕੇ ਅਸੀਂ ਇਹ ਸਾਰੇ ਕਿਸਾਨ ਕਿਸਾਨਾਂ ਨੇ ਜਿਹੜਾ ਕਿ ਨਹੀਂ ਜਿੰਨੇ ਵੀ ਇਹਦੇ ਨਾਲ ਪ੍ਰਭਾਵਿਤ ਕਿਸਾਨ ਨੇ ਉਹਨਾਂ ਨੇ ਇੱਕ ਫੈਸਲਾ ਕੀਤਾ ਹੋਇਆ ਹੈ ਕਿ ਜਿੰਨਾ ਚਿਰ ਤੱਕ ਸਾਡੇ ਉਹ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਸ ਤੋਂ ਬਾਅਦ ਜਦੋਂ ਸਾਡੀਆਂ ਕਿਸਾਨ ਜਥੇਬੰਦੀਆਂ ਆਉਣਗੀਆਂ ਦੈਨ ਉਹਨਾਂ ਦੇ ਨਾਲ ਅਸੀਂ ਬੈਠ ਕੇ ਸਲਾਹ ਮਸ਼ਵਰਾ ਕਰਾਂਗੇ। ਫਿਰ ਅਸੀਂ ਦੇਖਾਂਗੇ ਕਿ ਅਸੀਂ ਇਹ ਪ੍ਰੋਜੈਕਟ ਵਾਸਤੇ ਜ਼ਮੀਨ ਦੇਣੀ ਹੈ ਕਿ ਨਹੀਂ ਦੇਣੀ। ਟਿਲ ਡੇਟ ਔਰ ਹਾਲੀ ਤੱਕ ਸਾਡੀ ਜਿਹੜਾ ਕਿ ਇਹੋ ਫੈਸਲਾ ਹੈ ਕਿ ਅਸੀਂ ਇਸ ਪ੍ਰੋਜੈਕਟ ਵਾਸਤੇ ਬਿਲਕੁਲ ਜ਼ਮੀਨ ਨਹੀਂ ਦੇਣੀ। ਹਾਂਜੀ ਬਿਲਕੁਲ ਹਾਂਜੀ ਬਿਲਕੁਲ ਅਸੀਂ ਉਹਨਾਂ ਨੂੰ ਅਪੋਜ਼ ਕਰ ਲਿਆ, ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਹੋਇਆ ਹੈ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਜ਼ਮੀਨ ਦੇ ਮਾਲਕ ਹਾਂ ਉਹ ਆਉਂਦੇ ਆ, ਉਹ ਸਾਡੀ ਜ਼ਮੀਨ ਦੇ ਵਿੱਚ ਐਂਟਰ ਕਰ ਜਾਂਦੇ ਆ, ਸਾਨੂੰ ਦੱਸਦੇ ਨਹੀਂ, ਕੋਈ ਪੁੱਛਦੇ ਨਹੀਂ, ਕੋਈ ਗੱਲ ਨਹੀਂ, ਸਾਨੂੰ ਨਹੀਂ ਪਤਾ ਉਹ ਕੌਣ ਬੰਦੇ ਹੁੰਦੇ ਆ। ਨਾ ਕਦੀ ਉਹ ਪ੍ਰਸ਼ਾਸਨ ਕੋਲੋਂ ਕੋਈ ਅਥਾਰਟੀ ਲੈਟਰ ਲੈ ਕੇ ਆਉਂਦੇ ਆ, ਨਾ ਉਹ ਨੈਸ਼ਨਲ ਹਾਈਵੇ ਕੋਲ ਕੋਈ ਅਥਾਰਟੀ ਲੈਟਰ ਲੈ ਕੇ ਆਉਂਦੇ ਆ। ਔਰ ਮੋਰ ਓਵਰ ਜਦੋਂ ਸਾਡਾ ਬਿਲਕੁਲ ਇਹ ਹੈ ਹੀ ਆ ਵੀ ਅਸੀਂ ਤੇ ਇਹ ਜ਼ਮੀਨ ਹੀ ਨਹੀਂ ਦੇਣੀ, ਇਸ ਕਰਕੇ ਸਾਡੀ ਜ਼ਮੀਨ ਦੇ ਵਿੱਚ ਕੋਈ ਥਰਡ ਪਰਸਨ ਐਂਟਰੀ ਕਿਉਂ ਕਰੇ। ਇਹ ਅਸੀਂ ਪ੍ਰਸ਼ਾਸਨ ਨੂੰ ਪਹਿਲੇ ਵੀ ਕਹਿ ਚੁੱਕੇ ਹਾਂ ਔਰ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਜ਼ਮੀਨ ਦੇ ਵਿੱਚ ਕੋਈ ਥਰਡ ਪਰਸਨ ਉਹ ਐਂਟਰ ਨਾ ਕਰੇ, ਜਿਹੜਾ ਕਿ ਆਪਣੇ ਆਪ ਨੂੰ ਕਹੇ ਵੀ ਮੈਂ ਨੈਸ਼ਨਲ ਹਾਈਵੇ ਤੋਂ ਆਇਆ ਜਾਂ ਲੋਕਲ ਪ੍ਰਸ਼ਾਸਨ ਤੋਂ ਆਇਆ ਹਾਂ ਇਸ ਕਟੜਾ ਐਕਸਪ੍ਰੈਸ ਰੋਡ ਦੇ ਸੰਬੰਧ ਵਿੱਚ। ਇਸ ਕਰਕੇ ਅਸੀਂ ਉਹ ਸਾਰਿਆਂ ਨੂੰ ਮਨਾ ਕੀਤਾ ਹੋਇਆ, ਅਸੀਂ ਬਿਲਕੁਲ ਅਪੋਜ਼ ਕਰਦੇ ਹਾਂ, ਅਸੀਂ ਕਿਸੇ ਨੂੰ ਆਪਣੀ ਜ਼ਮੀਨ 'ਚ ਪੈਰ ਨਹੀਂ ਧਰਨ ਦੇਵਾਂਗੇ। ਕਰ ਰਿਹਾ ਸੀਗਾ ਕਿ ਉਸ ਦੀ ਗੱਲ ਜਿਹੜੀ ਕਰ ਲਈ ਕਿਤਨਾ ਕੋਰਾ ਕੰਮ ਪਹੁੰਚੇ ਜਿਹੜਾ ਬਣ ਜਾ ਰਿਹਾ ਕਟੜਾ ਐਕਸਪ੍ਰੈਸ ਹਾਈਵੇ ਦਾ ਬੇਸਿਕਲੀ ਜੇ ਐਕੁਇਸ਼ਨ ਦਾ ਕੰਮ ਚੱਲ ਰਿਹਾ, ਸਾਡੇ ਐਸਸੀ ਸਾਹਿਬ ਦੇ ਕਾਲਾ ਹੈਗੇ ਆ ਔਰ ਨੈਸ਼ਨਲ ਹਾਈਵੇ ਨੂੰ ਕਰ ਰਹੀ ਹੈਗੀ ਆ। ਇੱਕ ਵਾਰੀ ਜਦੋਂ ਲੈਂਡ ਐਕੁਇਸ਼ਨ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਫਿਰ ਟੈਂਡਰਿੰਗ ਦਾ ਕੰਮ ਸ਼ੁਰੂ ਪਰ ਸਰ ਉਹਦਾ ਹੁਣ ਵਿਰੋਧ ਹੋਣਾ ਸ਼ੁਰੂ ਹੋਗਾ ਜੀ। ਕਿਸਾਨਾਂ ਵੱਲੋਂ ਇੱਕ ਮੀਟਿੰਗ ਕੀਤੀ ਸੀਗੀ ਕਿ ਜਿਹੜੀ ਵੀ ਇਹਦੀ ਅਕਵਾਇਰ ਕਰਨ ਪਹੁੰਚਣਗੇ। ਦੇਖੋ ਇਹ ਜਿਹੜੇ ਪੋਲੀਟੀਕਲ ਕੁਐਸਚਨ ਹੈ ਨਾ, ਇਹ ਮੈਨੂੰ ਨਾ ਪੁੱਛੋ, ਇਹ ਤਾਂ ਪੋਲੀਟੀਕਲ ਕੁਐਸਚਨ ਹੁੰਦੇ ਨੇ। ਅਸੀਂ ਤਾਂ ਜੋ ਐਡਮਿਨਿਸਟ੍ਰੇਟਿਵ ਨੂੰ ਦੱਸ ਦਿੱਤਾ ਕਿ ਉਹਦੀ ਐਕੁਇਸ਼ਨ ਕੰਮ ਚੱਲ ਰਹੀ ਹੈ, ਸੋ ਮੈਂ ਕਿਸੇ ਪੋਲੀਟੀਕਲ ਕੁਐਸਚਨ ਕਮੈਂਟ ਨਹੀਂ ਕਰਾਂਗਾ।